ਆਪਣੇ ਆਪ ਨੂੰ ਖਤਮ ਕਰ ਦੇਵਾਂਗੀ ਕਿਉਂਕਿ ਮੈਨੂੰ ਇਨਸਾਫ ਚਾਹੀਦਾ। ਮੈਂ SHO ਥਾਣਾ ਸਰਾਭਾ ਨਗਰ ਨੂੰ ਅੱਜ ਕਹਿ ਰਹੀ ਹਾਂ ਕਿ ਅਗਰ ਮੇਰੇ ਮਾਮਲੇ ਦੇ ਉੱਤੇ ਸੁਣਵਾਈ ਨਹੀਂ ਕੀਤੀ ਗਈ, ਮੈਂ ਆਪਣੇ ਉੱਤੇ ਮਿੱਟੀ ਦਾ ਤੇਲ ਪਾ ਕੇ ਉਹਦੇ ਥਾਣੇ ਦੇ ਅੱਗੇ ਆਪਣੇ ਆਪ ਨੂੰ ਅੱਗ ਲਾ ਲਵਾਂ। ਇਹ ਸ਼ਖਸ ਉੱਥੇ ਵੀ ਆਉਂਦੇ ਸਨ ਤੇ ਉੱਥੇ ਵੀ ਛੁੱਟੀਆਂ ਵਿੱਚ ਮੇਰੇ ਨਾਲ ਰਹਿੰਦੇ ਸਨ। ਮੈਨੂੰ ਕਦੀ ਵੀ ਇਹਨਾਂ ਦੀ ਕਿਸੇ ਹਰਕਤ ਤੋਂ ਇਹ ਨਹੀਂ ਲੱਗਿਆ ਕਿ ਇਹਨਾਂ ਦਾ ਡਿਵੋਰਸ ਨਹੀਂ ਹੋਇਆ। ਇੱਕ ਵਾਰ ਨਹੀਂ, ਬਹੁਤ ਵਾਰ ਮੇਰੇ ਕੋਲੋਂ ਪੈਸੇ ਲਿੱਤੇ ਗਏ ਆਪਣੀ ਬੇਟੀ ਦੀ ਫੀਸ ਦੇ ਨਾਮ ਤੇ, ਆਪਣੇ ਫਲੈਟ ਦੀਆਂ ਕਿਸ਼ਤਾਂ ਦੇ ਨਾਮ ਤੇ। 7 ਤੋਲੇ ਗੋਲਡ ਦੇ ਨਾਲ ਤਕਰੀਬਨ 26 ਲੱਖ ਰੁਪਇਆ 27 ਲੱਖ ਰੁਪਇਆ ਮੈਂ ਉਹਨਾਂ ਨੂੰ ਦਿੱਤਾ ਹੈ। ਇਹਨਾਂ ਨੇ ਮੈਨੂੰ ਇਹ ਕਿਹਾ ਕਿ ਤੂੰ ਆਪਣੀਆਂ ਸਾਰੀਆਂ ਪ੍ਰਾਪਰਟੀਜ਼ ਸੇਲ ਕਰਕੇ, ਜਿਹੜੀਆਂ ਮੇਰੀਆਂ ਇੰਡੀਆ 'ਚ ਪ੍ਰਾਪਰਟੀਜ਼ ਨੇ, ਉਹ ਸੇਲ ਕਰਕੇ ਤੇ ਸਾਰਾ ਪੈਸਾ ਜਿਹੜਾ ਹੈ ICICI ਬੈਂਕ ਵਿੱਚ ਪਾ ਦੇ। ਤੇ ਹੁਣ ਇਹ ਆਲਮ ਹੈ ਕਿ ਇਸ ਇਨਸਾਨ ਨੇ ਕੋਰਟ ਦੇ ਵਿੱਚ ਮੇਰੇ ਉੱਤੇ ਇੰਜੰਕਸ਼ਨ ਦਾਖਲ ਕੀਤੀ ਹੈ ਕਿ ਮੈਂ ICICI ਬੈਂਕ ਦੇ ਵਿੱਚ ਕਦੀ ਵੀ ਐਂਟਰ ਨਾ ਹੋ ਸਕਾਂ ਔਰ ਲੁਧਿਆਣਾ ਦੀ ਕਿਸੇ ਬ੍ਰਾਂਚ ਨੂੰ ਮੈਂ ਕਦੀ ਵਿਜ਼ਿਟ ਨਾ ਕਰ ਸਕਾਂ। ਕਿ ਦੀ ਰਹਿਣ ਵਾਲੀ ਇੱਕ ਮਹਿਲਾ ਪੰਜਾਬ ਆ ਕੇ ਬੇहद ਪਰੇਸ਼ਾਨ ਹੋ ਰਹੀ ਹੈ, ਉਸ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਸਰਾਭਾ ਨਗਰ ਪੁਲਿਸ ਸਟੇਸ਼ਨ ਵੱਲੋਂ ਇਹ ਕਿਹਾ ਗਿਆ ਕਿ ਮੈਂ ਫਰਾਡ ਹਾਂ। ਤੇ ਲੋਕੀ ਮੈਨੂੰ ਪੁੱਛਦੇ ਨੇ, ਕਈ ਚੈਨਲ ਵਾਲੇ ਪੁੱਛਦੇ ਨੇ ਤੁਸੀਂ 900 ਪੇਜ ਦੀਆਂ ਚੈਟਸ ਕਿਉਂ ਸੰਭਾਲ ਕੇ ਰੱਖੀਆਂ। ਉਹ ਚੈਟਸ ਮੇਰੀਆਂ ਇਮੋਸ਼ਨਲ ਬਾਉਂਡਿੰਗ ਸੀਗੀਆਂ, ਉਹ ਚੈਟਸ ਮੇਰੇ ਦਿਲ ਦੇ ਬਹੁਤ ਕਰੀਬ ਸੀਗੀਆਂ ਔਰ ਅੱਜ ਵੀ ਹੈਗੀਆਂ ਨੇ। ਚਾਹੇ ਉਹ ਬੰਦਾ ਮੇਰੇ ਨਾਲ ਧੋਖਾ ਕਰ ਗਿਆ, ਲੇਕਿਨ ਮੈਂ ਉਹਦੇ ਨਾਲ ਦਿਲੋਂ ਪਿਆਰ ਕੀਤਾ ਸੀ। ਪਹਿਲੀ ਵਾਰ ਮੁਲਾਕਾਤ ਸੈਕਟਰ 18 ਚੰਡੀਗੜ੍ਹ, ਉਹ ਉੱਥੋਂ ਦੀ ਮਾਰਕੀਟ ਦੇ ਬਾਹਰ ਇਹ ਆਪਣੀ ਗੱਡੀ ਲੈ ਕੇ ਆਏ ਸੀ ਤੇ ਮੈਂ ਆਪਣੀ ਗੱਡੀ ਵਿੱਚ ਸੀ। ਇਹਨਾਂ ਦੀ ਗੱਡੀ ਦੇ ਵਿੱਚ ਮੈਂ ਆਪਣੀ ਗੱਡੀ ਤੋਂ ਉਤਰ ਕੇ ਉੱਥੇ ਪਾਰਕਿੰਗ ਵਿੱਚ ਹੀ ਬੈਠ ਕੇ, ਇਹਨਾਂ ਦੀ ਗੱਡੀ ਦੇ ਅੰਦਰ ਹੀ ਬੈਠ ਕੇ ਅਸੀਂ ਗੱਲਬਾਤ ਕੀਤੀ। ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਡੀ ਪ੍ਰੋਫਾਈਲ ਤੇ ਫੋਟੋ ਨਹੀਂ ਹੈ, ਮੈਨੂੰ ਨਹੀਂ ਪਤਾ ਉਸ ਪਾਸੇ ਕੌਣ ਹੈ ਤੇ ਮੈਂ ਤੁਹਾਡੇ ਤੇ ਕਿੱਦਾਂ ਟਰਸਟ ਕਰਾਂ। ਤੇ ਉਹਨਾਂ ਨੇ ਕਿਹਾ ਕਿ ਠੀਕ ਹੈ, ਉਸ ਵਾਸਤੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤੇ ਇਹ ਮੇਰਾ ਫ਼ੋਨ ਨੰਬਰ ਹੈ ਤੇ ਉਹ ਮੇਰਾ ਨਾਮ ਫੇਕ ਹੈ। ਬੱਚਿਆਂ ਨੇ ਵੀ ਨਾਮ ਕਿਉਂ ਫੇਕ ਰੱਖਿਆ? ਹਾਂਜੀ, ਉਹਨਾਂ ਨੇ ਦੱਸਿਆ ਕਿ ਮੈਂ ਨਾਮ ਇਸ ਲਈ ਫੇਕ ਦਿੱਤਾ ਕਿ ਮੈਂ ICICI ਬੈਂਕ ਦੇ ਵਿੱਚ ਇੱਕ ਬਹੁਤ ਵੱਡੇ ਅਹੁਦੇ ਤੇ ਕੰਮ ਕਰਦਾ ਤੇ ਮੈਂ ਨਹੀਂ ਚਾਹੁੰਦਾ ਕਿ ਮੇਰੇ ਬੈਂਕ ਦੇ ਕਿਸੇ ਵੀ EMPLOYEE ਨੂੰ ਮੇਰੀ ਇਸ ਪ੍ਰੋਫਾਈਲ ਬਾਰੇ ਪਤਾ ਚੱਲੇ, ਕਿਉਂਕਿ ਮੈਂ ਹਜੇ ਕਿਸੇ ਨੂੰ ਆਪਣੀ ਇਸ ਪ੍ਰੋਫਾਈਲ ਬਾਰੇ ਡਿਸਕਲੋਜ਼ ਨਹੀਂ ਕੀਤਾ ਹੈ। ਤੇ ਮੈਂ ਇਹਨਾਂ ਤੋਂ ਪੁੱਛਿਆ ਕਿ ਤੁਹਾਡੇ ਡਿਵੋਰਸ ਦਾ ਕੀ ਰੀਜ਼ਨ ਹੈ, ਤਾਂ ਇਹਨਾਂ ਨੇ ਦੱਸਿਆ ਕਿ ਇਹਨਾਂ ਦੀ ਵਾਈਫ ਜਿਹੜੀ ਹੈ ਉਹ ਕਰੈਕਟਰਲੈਸ ਹੈ ਤੇ ਇਹਨਾਂ ਦੀ ਵਾਈਫ 20 ਸਾਲ ਤੋਂ ਇਹਨਾਂ ਨੂੰ ਬਹੁਤ ਜ਼ਿਆਦਾ ਟੌਰਚਰ ਕਰ ਰਹੀ ਹੈ। ਇਹਨਾਂ ਦੀ ਵੱਡੀ ਬੇਟੀ ਜਿਹੜੀ ਹੈ ਉਹ ਇਸ ਵੇਲੇ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਹੈ ਕਿਉਂਕਿ ਉਹਨੂੰ ਬਚਪਨ ਤੋਂ ਇਹਨਾਂ ਦੀ ਵਾਈਫ ਨੇ ਬਹੁਤ ਜ਼ਿਆਦਾ ਟੌਰਚਰ ਕੀਤਾ, ਮਾਰਿਆ ਕੁੱਟਿਆ ਗਿਆ ਕਿਉਂਕਿ ਇਹਨਾਂ ਦੀ ਵਾਈਫ ਸ਼ਾਰਟ ਟੈਂਪਰਡ ਹੈ। ਪਾਸੇ ਸਰਕਾਰਾਂ ਕਹਿੰਦੀਆਂ ਕਿ ਪੰਜਾਬ ਤੋਂ ਬਾਹਰ ਜਿਹੜੇ ਪੰਜਾਬੀ ਵਸਦੇ ਨੇ, ਅਸੀਂ ਉਹਨਾਂ ਨੂੰ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਦੇਣੀਆਂ ਨੇ ਤਾਂ ਕਿ ਉਹਨਾਂ ਨੂੰ ਕਦੀ ਵੀ ਕੋਈ ਪਰੇਸ਼ਾਨੀ ਨਾ ਆਵੇ, ਚਾਹੇ ਉਹ ਥਾਣਿਆਂ ਸੰਬੰਧੀ ਹੋਵੇ, ਕੋਰਟ ਕਚਹਿਰੀਆਂ ਸੰਬੰਧੀ ਹੋਵੇ, ਵੀ ਉਹਨਾਂ ਦਾ ਬਾਹਰ ਰਹਿੰਦੇ ਪੰਜਾਬੀਆਂ ਦਾ ਅਸੀਂ ਪੂਰਨ ਤਰੀਕੇ ਦੇ ਨਾਲ ਖਿਆਲ ਰੱਖਾਂਗੇ। ਪਰ UK ਦੀ ਰਹਿਣ ਵਾਲੀ ਇੱਕ ਮਹਿਲਾ ਪੰਜਾਬ ਆ ਕੇ ਬੇहद ਪਰੇਸ਼ਾਨ ਹੋ ਰਹੀ ਹੈ, ਉਸ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਮੈਟਰ ਕੀ ਹੈ? ਮੈਟਰ ਵੀ ਤੁਹਾਨੂੰ ਸਾਰਾ ਸਮਝਾਵਾਂਗੇ ਕਿ ਇੱਕ ਵਿਅਕਤੀ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ, ਬਹੁਤ ਕੁਝ ਹੋਇਆ, ਬਾਅਦ ਦੇ ਵਿੱਚ ਸੱਚਾਈ ਜਦ ਸਾਹਮਣੇ ਆਈ ਤਾਂ ਹੋਸ਼ ਸਭ ਦੇ ਉੱਡ ਗਏ। ਗੱਲਬਾਤ ਕਰਦੇ ਹਾਂ, ਸਾਡੇ ਨਾਲ ਉਹ ਮਹਿਲਾ ਵੀ ਨਾਲ ਮੌਜੂਦ ਨੇ। ਪਿਛਲੇ 27 ਸਾਲਾਂ ਤੋਂ ਇਹ UK ਦੇ ਵਿੱਚ ਰਹਿ ਰਹੇ ਨੇ ਤੇ ਪਰ ਹੁਣ ਇੱਥੇ ਕੀ ਮੈਟਰ ਹੋਇਆ ਉਹ ਗੱਲਬਾਤ ਕਰਦੇ ਹਾਂ। ਮੈਮ, ਜੋ ਸਾਰਾ ਤੁਹਾਡਾ ਮੈਟਰ ਹੋਇਆ, ਇੱਕ ਵਿਅਕਤੀ ਤੁਹਾਨੂੰ ਮਿਲਿਆ, ਉਸਨੇ ਤੁਹਾਡੇ ਨਾਲ ਕਾਫੀ ਕੁਝ ਕੀਤਾ, ਕਿ ਸ਼ੁਰੂਆਤ ਕਿੱਥੋਂ ਹੋਈ ਕਹਾਣੀ ਦੀ ਤੇ ਇਹ ਕਹਾਣੀ ਹੈ ਕੀ? ਸਰ, ਮੈਂ UK ਦੀ ਰਹਿਣ ਵਾਲੀ ਹਾਂ ਤੇ ਮੈਂ 27 ਸਾਲ ਤੋਂ ਉੱਥੇ ਰਹਿ ਰਹੀ ਸੀ। ਮੈਂ ਉੱਥੋਂ ਦੀ ਸਿਟੀਜ਼ਨ ਹਾਂ ਤੇ ਮੈਂ 2017 ਵਿੱਚ ਮੇਰੇ ਹਸਬੈਂਡ ਦੀ ਡੈਥ ਹੋਈ ਤਾਂ ਮੈਂ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਚਲੀ ਗਈ। ਡਿਪਰੈਸ਼ਨ 'ਚ ਜਾਣ ਤੋਂ ਬਾਅਦ ਮੇਰੇ ਘਰਦਿਆਂ ਨੇ, ਮੇਰੇ ਫਰੈਂਡਸ ਨੇ ਮੈਨੂੰ ਸਲਾਹ ਦਿੱਤੀ ਕਿ ਤੂੰ ਇੰਡੀਆ ਆ ਜਾ ਤੇ ਇੱਥੇ ਆ ਕੇ ਕੋਈ ਤੂੰ ਆਪਣੇ ਲਈ ਸੂਟੇਬਲ ਪਰਸਨ ਲੱਭ ਤੇ ਤੂੰ ਆਪਣੀ ਲਾਈਫ ਨੂੰ ਸੈਟਲ ਕਰਨ ਦੀ ਕੋਸ਼ਿਸ਼ ਕਰ। ਤੇ ਸਾਰਿਆਂ ਦਾ ਇਹੀ ਕਹਿਣਾ ਸੀਗਾ ਕਿ ਵੀ ਲਾਈਫ ਦੇ ਇਸ ਪੜਾਅ ਦੇ ਉੱਤੇ ਜੀਵਨ ਸਾਥੀ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿਉਂਕਿ ਅਸੀਂ ਇੱਥੇ ਆ ਕੇ ਸਾਡੇ ਬੱਚੇ ਸੈਟਲ ਹੋ ਜਾਂਦੇ ਨੇ, ਬੱਚਿਆਂ ਦੀ ਆਪਣੀ ਜ਼ਿੰਦਗੀ ਹੁੰਦੀ ਹੈ ਤੇ ਤੁਸੀਂ ਜੇ ਤੁਹਾਡਾ ਕੋਈ ਵੀ ਲੇਡੀ ਦਾ ਜਾਂ ਮੇਲ ਪਰਸਨ ਦਾ ਪਾਰਟਨਰ ਉਹਦੇ ਕੋਲੋਂ ਦੂਰ ਹੋ ਜਾਏ ਜਾਂ ਮਰ ਜਾਵੇ ਤਾਂ ਉਸ ਕੇਸ ਦੇ ਵਿੱਚ ਇਕੱਲੇ ਰਹਿਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੁੰਦਾ ਹੈ। ਤੇ ਮੈਂ ਉੱਥੇ ਡਿਪਰੈਸ਼ਨ 'ਚ ਹੋਣ ਕਰਕੇ ਮੈਂ ਇੱਥੇ ਆ ਗਈ ਇੰਡੀਆ। ਮੈਂ 2021 ਨਵੰਬਰ ਵਿੱਚ ਇੱਥੇ ਆਈ ਤੇ ਮੈਂ 2-3 ਮਹੀਨੇ 4 ਮਹੀਨੇ ਇੱਥੇ ਰਹੀ। ਉਸ ਤੋਂ ਬਾਅਦ ਮੈਂ ਆਪਣੀ ਇੱਕ ਪ੍ਰੋਫਾਈਲ ਬਣਾ ਕੇ ਆਪਣੀ ਰਿਸ਼ਤੇਦਾਰ, ਹਾਂਜੀ, ਮੈਟਰੋਮੋਨੀਅਲ ਪ੍ਰੋਫਾਈਲ ਬਣਾ ਕੇ ਮੈਂ ਆਪਣੇ ਕਿਸੇ ਰਿਸ਼ਤੇਦਾਰ ਦੇ ਥਰੂ ਇੱਕ ਵੈਬਸਾਈਟ ਦੇ ਉੱਤੇ ਅਪਲੋਡ ਕਰਵਾਈ ਤੇ ਉਹਦੇ ਵਿੱਚ ਮੇਰਾ ਨਾਮ, ਮੇਰਾ ਪਤਾ, ਮੇਰਾ ਫ਼ੋਨ ਨੰਬਰ, ਮੇਰਾ ਸਟੇਟਸ ਸਭ ਕੁਝ ਉਹਦੇ ਵਿੱਚ ਕਲੀਅਰ ਔਰ ਸਹੀ ਲਿਖਿਆ ਸੀ, ਮੇਰੀ ਏਜ ਸਹੀ ਲਿਖੀ ਸੀ। ਮੈਨੂੰ ਉਸ ਪ੍ਰੋਫਾਈਲ ਦੇ ਉੱਤੇ ਇੱਕ ਰਿਪਲਾਈ ਆਉਂਦਾ ਜਿਹਦੇ ਵਿੱਚ ਉਸ ਪ੍ਰੋਫਾਈਲ ਦੇ ਉੱਤੇ ਕੋਈ ਵੀ ਫੋਟੋ ਨਹੀਂ ਹੁੰਦੀ ਔਰ ਉਸ ਪ੍ਰੋਫਾਈਲ ਦਾ ਨਾਮ ਲਿਖਿਆ ਹੁੰਦਾ ਹਰੀਸ਼ ਕੁਮਾਰ। ਤੇ ਉਹ ਮੈਨੂੰ ਫ਼ੋਨ ਕਰਦੇ ਨੇ, ਮੈਂ ਉਸ ਰਿਸਪੌਂਸ ਦਾ ਕੋਈ ਰਿਸਪੌਂਸ ਨਹੀਂ ਦਿੰਦੀ
ਤੇ ਉਸ ਤੋਂ ਬਾਅਦ ਉਹ ਮੈਨੂੰ ਫੋਨ ਕਰਦੇ ਨੇ ਉੱਥੋਂ ਫ਼ੋਨ ਨੰਬਰ ਲੈ ਕੇ ਵੈਬਸਾਈਟ ਤੋਂ, ਤੇ ਉਹ ਮੈਨੂੰ ਕਹਿੰਦੇ ਨੇ ਕਿ ਉਹਨਾਂ ਨੇ ਮੈਨੂੰ ਰਿਸਪੌਂਸ ਕੀਤਾ ਸੀਗਾ ਪ੍ਰੋਫਾਈਲ ਤੇ ਮੈਂ ਉਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ, ਤੇ ਉਹ ਇੰਟਰਸਟਿਡ ਨੇ ਮੇਰੀ ਪ੍ਰੋਫਾਈਲ ਵਿੱਚ ਤੇ ਮੈਨੂੰ ਮਿਲਣਾ ਚਾਹੁੰਦੇ ਨੇ। ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਡੀ ਪ੍ਰੋਫਾਈਲ ਤੇ ਫੋਟੋ ਨਹੀਂ ਹੈ, ਮੈਨੂੰ ਨਹੀਂ ਪਤਾ ਉਸ ਪਾਸੇ ਕੌਣ ਹੈ ਤੇ ਮੈਂ ਤੁਹਾਡੇ ਤੇ ਕਿੱਦਾਂ ਟਰਸਟ ਕਰਾਂ। ਤੇ ਉਹਨਾਂ ਨੇ ਕਿਹਾ ਕਿ ਠੀਕ ਹੈ, ਉਸ ਵਾਸਤੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤੇ ਇਹ ਮੇਰਾ ਫ਼ੋਨ ਨੰਬਰ ਹੈ ਤੇ ਉਹ ਮੇਰਾ ਨਾਮ ਫੇਕ ਹੈ। ਸ਼ੁਰੂਆਤ ਜਿਹੜੀ ਸੀ ਉਹਨਾਂ ਦੀ ਉਹ ਹੀ ਝੂਠ ਨਾਲ ਹੋਈ। ਉਹਨਾਂ ਦਾ ਨਾਮ ਉੱਥੇ ਹਰੀਸ਼ ਕੁਮਾਰ ਲਿਖਿਆ ਸੀ ਜਦੋਂ ਕਿ ਉਹਦਾ ਨਾਮ ਵਿਜੇ ਕੁਮਾਰ ਹੈ। ਠੀਕ ਹੈ ਜੀ। ਤੁਸੀਂ ਪੁੱਛਿਆ ਨਹੀਂ ਵੀ ਨਾਮ ਕਿਉਂ ਫੇਕ ਰੱਖਿਆ? ਹਾਂਜੀ, ਉਹਨਾਂ ਨੇ ਦੱਸਿਆ ਕਿ ਮੈਂ ਨਾਮ ਇਸ ਲਈ ਫੇਕ ਦਿੱਤਾ ਕਿ ਮੈਂ ICICI ਬੈਂਕ ਦੇ ਵਿੱਚ ਇੱਕ ਬਹੁਤ ਵੱਡੇ ਅਹੁਦੇ ਤੇ ਕੰਮ ਕਰਦਾ ਤੇ ਮੈਂ ਨਹੀਂ ਚਾਹੁੰਦਾ ਕਿ ਮੇਰੇ ਬੈਂਕ ਦੇ ਕਿਸੇ ਵੀ EMPLOYEE ਨੂੰ ਮੇਰੀ ਇਸ ਪ੍ਰੋਫਾਈਲ ਬਾਰੇ ਪਤਾ ਚੱਲੇ, ਕਿਉਂਕਿ ਮੈਂ ਹਜੇ ਕਿਸੇ ਨੂੰ ਆਪਣੀ ਇਸ ਪ੍ਰੋਫਾਈਲ ਬਾਰੇ ਡਿਸਕਲੋਜ਼ ਨਹੀਂ ਕੀਤਾ ਹੈ। ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣੀ ਪ੍ਰੋਫਾਈਲ ਤੇ ਆਪਣਾ ਸਿੰਗਲ ਸਟੇਟਸ ਲਿਖਿਆ, ਤੁਹਾਨੂੰ ਕਿਸ ਚੀਜ਼ ਦਾ ਡਰ ਹੈ? ਤੇ ਇਹਨਾਂ ਨੇ ਕਿਹਾ ਕਿ ਨਹੀਂ, ਮੈਨੂੰ ਡਰ ਕੋਈ ਨਹੀਂ ਹੈ, ਮੈਂ ਸਿਰਫ ਥੋੜਾ ਜਿਹਾ ਝੱਕਦਾ ਤੇ ਤੁਸੀਂ ਮੈਨੂੰ ਇੱਕ ਵਾਰੀ ਮਿਲੋ, ਤੁਸੀਂ ਮੇਰੇ ਤੋਂ ਨਿਰਾਸ਼ ਨਹੀਂ ਹੋਵੋਗੇ। ਤੇ 2-3-4 ਦਿਨ ਇਸ ਤਰ੍ਹਾਂ ਹੀ ਲੰਘ ਗਏ। ਉਸ ਤੋਂ ਬਾਅਦ ਜਦੋਂ ਅਸੀਂ ਮਿਲੇ ਤੇ ਮਿਲਣ ਤੋਂ ਬਾਅਦ ਇਹਨਾਂ ਨੇ ਮੈਨੂੰ ਦੱਸਿਆ ਕਿ ਇਹਨਾਂ ਦਾ ਡਿਵੋਰਸ ਕੇਸ ਚੱਲ ਰਿਹਾ, ਜਿਹੜਾ ਕਿ 2-3 ਵਾਰ ਮੁਲਾਕਾਤ ਕਿੱਥੇ ਹੋਈ ਸੀ? ਪਹਿਲੀ ਵਾਰ ਮੁਲਾਕਾਤ ਸੈਕਟਰ 18 ਚੰਡੀਗੜ੍ਹ, ਉਹ ਉੱਥੋਂ ਦੀ ਮਾਰਕੀਟ ਦੇ ਬਾਹਰ। ਇਹ ਆਪਣੀ ਗੱਡੀ ਲੈ ਕੇ ਆਏ ਸੀ ਤੇ ਮੈਂ ਆਪਣੀ ਗੱਡੀ ਵਿੱਚ ਸੀ। ਇਹਨਾਂ ਦੀ ਗੱਡੀ ਦੇ ਵਿੱਚ ਮੈਂ ਆਪਣੀ ਗੱਡੀ ਤੋਂ ਉਤਰ ਕੇ ਉੱਥੇ ਪਾਰਕਿੰਗ ਵਿੱਚ ਹੀ ਬੈਠ ਕੇ ਇਹਨਾਂ ਦੀ ਗੱਡੀ ਦੇ ਅੰਦਰ ਹੀ ਬੈਠ ਕੇ ਅਸੀਂ ਗੱਲਬਾਤ ਕੀਤੀ। ਉਸ ਤੋਂ ਬਾਅਦ ਇਹ ਮੈਨੂੰ ਇੱਕ ਰੈਸਟੋਰੈਂਟ ਵਿੱਚ ਲੈ ਕੇ ਗਏ ਜਿੱਥੇ ਇਹਨਾਂ ਨੇ ਮੈਨੂੰ ਕਾਫੀ ਸਰਵ ਕੀਤੀ ਤੇ ਅਸੀਂ ਉਸ ਰੈਸਟੋਰੈਂਟ 'ਚ ਬੈਠ ਕੇ ਗੱਲਬਾਤ ਕੀਤੀ। ਗੱਲਬਾਤ ਦੇ ਦੌਰਾਨ ਇਹਨਾਂ ਨੇ ਦੱਸਿਆ ਕਿ ਇਹਨਾਂ ਦਾ ਡਿਵੋਰਸ ਕੇਸ ਚੱਲ ਰਿਹਾ ਜੈਪੁਰ ਦੇ ਵਿੱਚ। ਤੇ ਮੈਂ ਇਹਨਾਂ ਤੋਂ ਪੁੱਛਿਆ ਕਿ ਤੁਹਾਡੇ ਡਿਵੋਰਸ ਦਾ ਕੀ ਰੀਜ਼ਨ ਹੈ, ਤਾਂ ਇਹਨਾਂ ਨੇ ਦੱਸਿਆ ਕਿ ਇਹਨਾਂ ਦੀ ਵਾਈਫ ਜਿਹੜੀ ਹੈ ਉਹ ਕਰੈਕਟਰਲੈਸ ਹੈ ਤੇ ਇਹਨਾਂ ਦੀ ਵਾਈਫ 20 ਸਾਲ ਤੋਂ ਇਹਨਾਂ ਨੂੰ ਬਹੁਤ ਜ਼ਿਆਦਾ ਟੌਰਚਰ ਕਰ ਰਹੀ ਹੈ। ਇਹਨਾਂ ਦੀ ਵੱਡੀ ਬੇਟੀ ਜਿਹੜੀ ਹੈ ਕਨਿਸ਼ਠਾ ਨਾਗਪਾਲ, ਉਹ ਇਸ ਵੇਲੇ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਹੈ ਕਿਉਂਕਿ ਉਹਨੂੰ ਬਚਪਨ ਤੋਂ ਇਹਨਾਂ ਦੀ ਵਾਈਫ ਨੇ ਬਹੁਤ ਜ਼ਿਆਦਾ ਟੌਰਚਰ ਕੀਤਾ, ਮਾਰਿਆ ਕੁੱਟਿਆ ਗਿਆ ਕਿਉਂਕਿ ਇਹਨਾਂ ਦੀ ਵਾਈਫ ਸ਼ਾਰਟ ਟੈਂਪਰਡ ਹੈ। ਤੇ ਇਹਨਾਂ ਨੇ ਕਿਹਾ ਕਿ ਮੈਂ ਇਸ ਸਾਰੀਆਂ ਚੀਜ਼ਾਂ ਤੋਂ ਫੈਡ ਅਪ ਹੋ ਕੇ ਮੈਂ ਉਹਦੇ ਤੋਂ ਡਿਵੋਰਸ ਲੈ ਰਿਹਾ। ਮੈਨੂੰ ਵੀ ਰੀਜ਼ਨ ਇੱਕ ਵੈਲਿਡ ਰੀਜ਼ਨ ਲੱਗਿਆ ਕਿ ਪਰਸਨ ਜਿਹੜਾ ਹੈਗਾ ਉਹ ਪਰੇਸ਼ਾਨ ਹੈ। ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕਿਹਾ, ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਕਹਿ ਰਹੇ ਹੋ ਕਿ ਤੁਹਾਡਾ ਡਿਵੋਰਸ ਚੱਲ ਰਿਹਾ, ਮੈਂ ਕਿੱਦਾਂ ਯਕੀਨ ਕਰਾਂ? ਇਹਨਾਂ ਨੇ ਕਿਹਾ ਕਿ ਮੈਂ 15 ਦਿਨਾਂ ਬਾਅਦ ਜੈਪੁਰ ਜਾਵਾਂਗਾ, ਮੈਂ ਉੱਥੋਂ ਜਾ ਕੇ ਡਿਵੋਰਸ ਦੇ ਪੇਪਰ ਲੈ ਕੇ ਆਵਾਂਗਾ ਤੇ ਤੁਹਾਨੂੰ ਦਿਖਾਵਾਂਗਾ। ਤੇ ਮੈਂ ਇਹਨਾਂ ਦੀ ਗੱਲ ਦੇ ਉੱਤੇ ਇਤਬਾਰ ਕਰਕੇ ਉੱਥੋਂ ਉਸ ਦਿਨ ਅਸੀਂ ਵਾਪਸ ਆ ਗਏ ਤੇ ਅਸੀਂ ਫਿਰ 15-20 ਦਿਨਾਂ ਬਾਅਦ ਮਿਲੇ ਤੇ 15-20 ਦਿਨਾਂ ਬਾਅਦ ਇਹਨਾਂ ਦੇ ਕੋਲ ਡਿਵੋਰਸ ਦੇ ਪੇਪਰ ਸਨ, ਜਿਨ੍ਹਾਂ ਦੀ ਕਿ ਮੈਂ ਆਪਣੇ ਮੋਬਾਈਲ ਤੋਂ ਫੋਟੋ ਖਿੱਚੀ ਸੀ ਤੇ ਉਹ ਫੋਟੋ ਖਿੱਚ ਕੇ ਮੈਂ ਆਪਣੇ ਜਾਣਨ ਵਾਲੇ ਕੋਈ ਵਕੀਲ ਸਨ ਉਹਨਾਂ ਨੂੰ ਦਿਖਾਈ। ਤੇ ਅਨਫੋਰਚੂਨੇਟਲੀ ਇੱਕ ਦਿਨ ਇਹਦੇ ਨਾਲ ਹੀ ਲੜਾਈ ਝਗੜੇ ਦੇ ਵਿੱਚ ਮੇਰਾ ਉਹ ਫੋਨ ਟੁੱਟ ਗਿਆ ਤੇ ਉਹ ਮੇਰੇ ਕੋਲੋਂ ਜਿਹੜਾ ਐਵੀਡੈਂਸ ਸੀਗਾ ਉਹ ਮੇਰੇ ਕੋਲੋਂ ਮਿਸ ਹੋ ਗਿਆ। ਅਦਰਵਾਈਜ਼ ਮੈਂ ਉਹ ਕੈਮਰਾ ਤੇ ਐਵੀਡੈਂਸ ਵੀ ਦਿਖਾਉਣ ਨੂੰ ਤਿਆਰ ਸੀ ਕਿ ਇਸ ਬੰਦੇ ਨੇ ਮੈਨੂੰ ਆਪਣੇ ਡਿਵੋਰਸ ਪੇਪਰਸ ਦਿਖਾਏ ਸਨ। ਉਹ ਪੇਪਰ ਬਿਲਕੁਲ ਓਰੀਜਨਲ ਸਨ, ਉਹ ਪੇਪਰ ਬਿਲਕੁਲ ਠੀਕ ਸਨ, ਉਹਨਾਂ ਪੇਪਰਾਂ ਵਿੱਚ ਕੋਈ ਕਮੀ ਨਹੀਂ ਸੀ। ਤੇ ਮੇਰੀ ਜਦੋਂ ਮੈਂ ਇਹਨਾਂ ਦੇ ਬੈਂਕ ਦੇ ਵਿੱਚ ਤਫਤੀਸ਼ ਕਰਾਈ ਤਾਂ ਮੈਨੂੰ ਪਤਾ ਚੱਲਿਆ ਕਿ ਹਾਂ, ਇੰਡਸਟਰੀਅਲ ਏਰੀਆ ਫੇਸ 2 ਦੇ ਵਿੱਚ ਜਿਹੜਾ ਚੰਡੀਗੜ੍ਹ ਦਾ ਇੰਡਸਟਰੀਅਲ ਏਰੀਆ ਹੈ ਉੱਥੇ ਫੇਸ 2 ਦੇ ਵਿੱਚ ਰਾਮ ਦਰਬਾਰ ਵਿੱਚ ਇਹ ICICI ਬੈਂਕ ਦੇ ਵਿੱਚ ਜ਼ੋਨਲ ਹੈੱਡ ਸਨ, ਫੋਰੈਕਸ ਦੇ ਜ਼ੋਨਲ ਹੈੱਡ ਸੀਗੇ ਤੇ ਇਹਨਾਂ ਦੀ ਦੱਸੀ ਹੋਈ ਹਰ ਗੱਲ ਸਹੀ ਨਿਕਲੀ ਤੇ ਮੈਂ ਇਹਨਾਂ ਤੇ ਟਰਸਟ ਕਰਨਾ ਸ਼ੁਰੂ ਕੀਤਾ ਤੇ ਅਸੀਂ ਮਿਲਣਾ ਜੁਲਣਾ ਸ਼ੁਰੂ ਕੀਤਾ। ਮੈਂ ਇਹਨਾਂ ਨਾਲ ਕਦੀ ਲਿਵਿੰਗ ਦੇ ਵਿੱਚ ਨਹੀਂ ਰਹੀ, ਲੇਕਿਨ ਮੈਂ ਇਹਨਾਂ ਨਾਲ ਮਿਲਦੀ ਜੁਲਦੀ ਸੀ। ਅਸੀਂ ਬਾਹਰ ਵੀ ਗਏ, ਅਸੀਂ ਕਸੌਲੀ ਵੀ ਗਏ, ਅਸੀਂ ਚੈਲ ਵੀ ਗਏ, ਸ਼ਿਮਲਾ ਵੀ ਗਏ, ਉਸ ਤੋਂ ਬਾਅਦ ਅਸੀਂ ਡਲਹੌਜ਼ੀ ਵੀ ਗਏ, ਅਸੀਂ ਦੇਹਰਾਦੂਨ ਵੀ ਗਏ, ਅਸੀਂ ਕਈ ਹੋਰ ਜਗ੍ਹਾਵਾਂ 'ਤੇ ਵੀ ਮੈਂ ਇਹਨਾਂ ਦੇ ਨਾਲ ਟਰੈਵਲ ਕੀਤਾ। ਕਿਉਂਕਿ ਜਦੋਂ ਮੈਨੂੰ ਇਹਨਾਂ ਤੇ ਟਰਸਟ ਹੋਣਾ ਸ਼ੁਰੂ ਹੋ ਗਿਆ ਸੀ, ਮੈਂ ਵੀ ਚਾਹੁੰਦੀ ਸੀ ਕਿ ਮੈਂ ਆਪਣਾ ਰਿਲੇਸ਼ਨਸ਼ਿਪ ਇਹਨਾਂ ਦੇ ਨਾਲ ਸਟਰੋਂਗ ਕਰਾਂ ਤਾਂ ਕਿ ਅੱਗੇ ਜਾ ਕੇ ਅਸੀਂ ਮੈਰਿਜ ਕਰਕੇ ਮੈਂ ਇਹਨਾਂ ਨੂੰ ਲੈ ਕੇ UK ਵਾਪਸ ਜਾ ਸਕਾਂ ਤੇ ਮੈਂ ਆਪਣੀ ਲਾਈਫ ਨੂੰ ਸੈਟਲ ਕਰ ਸਕਾਂ। ਔਰ ਉਹ ਸ਼ਖਸ ਜਿਹੜੇ ਕਿ ਵਿਜੇ ਨਾਗਪਾਲ ਨੇ, ਉਹ ਵੀ ਇਸ ਗੱਲ ਦੇ ਵਿੱਚ ਇੰਟਰਸਟਿਡ ਸੀਗੇ ਔਰ ਉਹਨਾਂ ਨੇ ਇਸ ਗੱਲ ਦੇ ਵਿੱਚ ਮੇਰਾ ਪੂਰਾ ਸਾਥ ਦਿੱਤਾ। ਉਹ ਵੀ ਮੇਰੇ ਕੋਲ ਚੰਡੀਗੜ੍ਹ ਜਦੋਂ ਮੈਂ ਰਹਿੰਦੀ ਸੀ 18 ਸੈਕਟਰ ਉੱਥੇ ਵੀ ਆਉਂਦੇ ਸੀ ਤੇ ਜਦੋਂ ਮੈਂ ਚੰਡੀਗੜ੍ਹ ਤੋਂ ਸ਼ਿਫਟ ਹੋ ਕੇ ਮੋਹਾਲੀ ਆਈ ਤੇ ਮੈਂ ਮੋਹਾਲੀ ਆਪਣਾ ਰੈਜ਼ੀਡੈਂਸ ਸ਼ਿਫਟ ਕੀਤਾ, ਇਹ ਸ਼ਖਸ ਉੱਥੇ ਵੀ ਆਉਂਦੇ ਸਨ ਤੇ ਉੱਥੇ ਵੀ ਛੁੱਟੀਆਂ ਵਿੱਚ ਮੇਰੇ ਨਾਲ ਰਹਿੰਦੇ ਸਨ। ਮੈਨੂੰ ਕਦੀ ਵੀ ਇਹਨਾਂ ਦੀ ਕਿਸੇ ਹਰਕਤ ਤੋਂ ਇਹ ਨਹੀਂ ਲੱਗਿਆ ਕਿ ਇਹਨਾਂ ਦਾ ਡਿਵੋਰਸ ਨਹੀਂ ਹੋਇਆ ਜਾਂ ਇਹ ਆਪਣੀ ਬੀਵੀ ਨਾਲ ਅਟੈਚ ਨੇ ਜਾਂ ਇਹ ਆਪਣੀ ਬੀਵੀ ਨਾਲ ਗੱਲ ਕਰਦੇ ਨੇ। ਹਾਂ, ਇਹ ਆਪਣੇ ਬੱਚਿਆਂ ਨੂੰ ਦੇਖਣ ਵਾਸਤੇ ਜੈਪੁਰ ਜ਼ਰੂਰ ਜਾਂਦੇ ਸੀ 1 ਜਾਂ 2 ਵਾਰੀ ਮਹੀਨੇ ਵਿੱਚ, ਜਿਹੜਾ ਕਿ ਮੈਨੂੰ ਦੱਸ ਕੇ ਜਾਂਦੇ ਸੀ, ਜਿਹਦੇ ਲਈ ਮੈਨੂੰ ਕੋਈ ਓਬਜੈਕਸ਼ਨ ਨਹੀਂ ਸੀ। ਤੁਹਾਨੂੰ ਪਹਿਲੀ ਵਾਰੀ ਕਦੋਂ ਪਤਾ ਲੱਗਿਆ ਵੀ ਤੁਹਾਡੇ ਨਾਲ ਇਹ ਸਭ ਹੋ ਰਿਹਾ? ਮੈਨੂੰ ਇਸ ਸਾਲ ਜਨਵਰੀ ਮਹੀਨੇ ਦੇ ਵਿੱਚ ਪਤਾ ਚੱਲਿਆ ਕਿ ਇਹਨਾਂ ਨੇ ਮੈਨੂੰ ਇਹ ਕਿਹਾ ਕਿ ਤੂੰ ਆਪਣੀਆਂ ਸਾਰੀਆਂ ਪ੍ਰਾਪਰਟੀਜ਼ ਸੇਲ ਕਰਕੇ, ਜਿਹੜੀਆਂ ਮੇਰੀਆਂ ਇੰਡੀਆ 'ਚ ਪ੍ਰਾਪਰਟੀਜ਼ ਨੇ ਉਹ ਸੇਲ ਕਰਕੇ ਤੇ ਸਾਰਾ ਪੈਸਾ ਜਿਹੜਾ ਹੈ ICICI ਬੈਂਕ ਵਿੱਚ ਪਾ ਦੇ। ਜਦੋਂ ਮੈਂ ਆਈ ਸੀ ਮੇਰੇ ਸਾਰੇ ਅਕਾਊਂਟਸ ਬੈਂਕ ਆਫ ਇੰਡੀਆ ਵਿੱਚ ਸੀ। ਇਹਨਾਂ ਦੇ ਕਹਿਣ ਦੇ ਉੱਤੇ ਮੇਰੇ ਸਾਰੇ ਅਕਾਊਂਟਸ ਜਿਹੜੇ ਸੀਗਨ ਉਹ ICICI ਬੈਂਕ ਦੇ ਵਿੱਚ ਟ੍ਰਾਂਸਫਰ ਕਰ ਦਿੱਤੇ ਗਏ ਤੇ ਹੁਣ ਇਹ ਆਲਮ ਹੈ ਕਿ ਇਸ ਇਨਸਾਨ ਨੇ ਕੋਰਟ ਦੇ ਵਿੱਚ ਮੇਰੇ ਉੱਤੇ ਇੰਜੰਕਸ਼ਨ
ਦਾਖਲ ਕੀਤੀ ਹੈ ਕਿ ਮੈਂ ICICI ਬੈਂਕ ਦੇ ਵਿੱਚ ਕਦੀ ਵੀ ਐਂਟਰ ਨਾ ਹੋ ਸਕਾਂ ਔਰ ਲੁਧਿਆਣਾ ਦੀ ਕਿਸੇ ਬ੍ਰਾਂਚ ਨੂੰ ਮੈਂ ਕਦੀ ਵਿਜ਼ਿਟ ਨਾ ਕਰ ਸਕਾਂ। ਕਿਉਂਕਿ ਇਹਨਾਂ ਨੂੰ ਹੁਣ ਆਪਣਾ ਡਰ ਖਾਂਦਾ ਹੈ। ਲੇਕਿਨ ਇਹਨਾਂ ਨੂੰ ਇਹ ਯਾਦ ਨਹੀਂ ਰਿਹਾ ਕਿ ਮੈਂ ICICI ਬੈਂਕ ਦੀ ਇੱਕ ਕਸਟਮਰ ਹਾਂ। ਇਹ ਮੈਨੂੰ ਬੈਂਕ ਦੇ ਵਿੱਚ ਆਉਣ ਤੋਂ ਮਨਾ ਨਹੀਂ ਕਰ ਸਕਦੇ, ਜਿਹੜਾ ਕਿ ਇਲੀਗਲ ਹੈ ਔਰ ਬੈਂਕ ਦੀਆਂ RBI ਦੀਆਂ ਗਾਈਡਲਾਈਨਸ ਦੇ ਅਗੇਂਸਟ ਹੈ। ਲੇਕਿਨ ਇਹਨਾਂ ਦੇ ਬੈਂਕ ਦੇ ਜਿਹੜੇ ਹੈੱਡ ਨੇ, MD ਨੇ ਸੰਦੀਪ ਬਖਸ਼ੀ ਜੀ, ਉਹਨਾਂ ਨੂੰ ਮੈਂ ਆਨਲਾਈਨ ਐਪਲੀਕੇਸ਼ਨ ਪਾਈ, ਕੰਪਲੇਂਟ ਪਾਈ ਇਸ ਬੰਦੇ ਦੇ ਅਗੇਂਸਟ, ਲੇਕਿਨ ਹਾਲੇ ਤੱਕ ਮੈਨੂੰ ਉਸ ਕੰਪਲੇਂਟ ਦਾ ਵੀ ਕੋਈ ਰਿਸਪੌਂਸ ਨਹੀਂ ਆਇਆ। ਫਿਰ ਮੈਂ ਮਾਨ ਸਾਹਿਬ ਨੂੰ ਕੰਪਲੇਂਟ ਪਾਈ। ਮਾਨ ਸਾਹਿਬ ਦਾ ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ, ਸ਼ੁਕਰੀਆ ਅਦਾ ਕਰਦੀ ਹਾਂ ਕਿ ਐਟਲੀਸਟ ਇੱਕ ਇੰਨੇ ਵੱਡੇ CM ਨੇ ਮੇਰੀ ਕੰਪਲੇਂਟ ਨੂੰ ਦੇਖ ਕੇ ਉਹਦਾ ਰਿਸਪੌਂਸ ਕੀਤਾ ਔਰ ਉਹਦਾ ਰਿਸਪੌਂਸ ਕਰਕੇ ਉਹਨਾਂ ਨੇ ਉਹ ਕੰਪਲੇਂਟ ਹਿਊਮਨ ਰਾਈਟਸ ਨੂੰ ਫਾਰਵਰਡ ਕੀਤੀ। ਹਿਊਮਨ ਰਾਈਟਸ ਨੇ ਮੋਹਾਲੀ ਪੁਲਿਸ ਨੂੰ, ਮੋਹਾਲੀ SSP ਨੂੰ, ਮੋਹਾਲੀ DC ਨੂੰ, ਮੋਹਾਲੀ DSP ਨੂੰ, ਮੋਹਾਲੀ DIG ਨੂੰ, NRI ਡਿਪਾਰਟਮੈਂਟ ਨੂੰ, ਵਿਮਨ ਸੈੱਲ ਨੂੰ, ਸਾਰਿਆਂ ਨੂੰ ਉਹ ਐਪਲੀਕੇਸ਼ਨ ਫਾਰਵਰਡ ਕੀਤੀ ਔਰ ਉੱਥੇ ਵੀ ਇਹਦੇ ਅਗੇਂਸਟ ਪੁਲਿਸ ਕੇਸ ਦਰਜ ਹੈ। ਔਰ ਉਸ ਤੋਂ ਇਲਾਵਾ ਇੱਥੇ ਜਦੋਂ ਮੈਂ ਇਹਦੇ ਲਈ ਪੁਲਿਸ ਕੇਸ ਦਰਜ ਕਰਨ ਵਾਸਤੇ ਸਭ ਤੋਂ ਪਹਿਲਾਂ ਮੈਂ ਇੱਥੇ ਸਰਾਭਾ ਨਗਰ ਗਈ, ਕਿਉਂਕਿ BRS ਨਗਰ ਇਹ ਰਹਿੰਦਾ ਸੀਗਾ ਤੇ ਇਹਦੀ ਜੂਰੀਡਿਕਸ਼ਨ ਇੱਥੋਂ ਦੀ ਬਣਦੀ ਸੀ। ਤੇ ਜਦੋਂ ਮੈਂ ਉੱਥੇ ਗਈ, ਸਰਾਭਾ ਨਗਰ ਦੇ SHO ਨੇ ਮੇਰੀ ਸੁਣਵਾਈ ਨਹੀਂ ਕੀਤੀ, ਮੇਰੀ ਕੋਈ ਗੱਲ ਨਹੀਂ ਸੁਣੀ ਗਈ। ਮੈਨੂੰ ਇਹ ਕਿਹਾ ਗਿਆ ਅਸੀਂ ਉਹਨੂੰ ਬੁਲਾ ਰਹੇ ਹਾਂ, ਅਸੀਂ ਉਹਦੇ ਨਾਲ ਗੱਲ ਕਰ ਰਹੇ ਹਾਂ। ਅੱਜ ਐਪਲੀਕੇਸ਼ਨ ਨੂੰ ਦਿੱਤੇ ਹੋਏ, ਕੰਪਲੇਂਟ ਨੂੰ ਦਿੱਤੇ ਹੋਏ 2 ਮਹੀਨੇ ਹੋ ਚੁੱਕੇ ਨੇ। ਮੈਂ ਔਰ ਮੇਰੀ ਮੈਨੇਜਰ ਅਸੀਂ ਲਗਾਤਾਰ ਪੁਲਿਸ ਸਟੇਸ਼ਨ ਜਾਂਦੇ ਰਹਿੰਦੇ ਹਾਂ। ਮੈਂ ਸਾਰੇ ਐਵੀਡੈਂਸਿਸ ਪ੍ਰੋਡਿਊਸ ਕਰ ਚੁੱਕੀ ਹਾਂ। ਮੈਂ ਐਵੀਡੈਂਸ ਦੇ ਚੁੱਕੇ ਤੁਸੀਂ ਹੁਣ ਤੱਕ? ਮੈਂ ਫੋਟੋਗ੍ਰਾਫਸ ਦੇ ਚੁੱਕੀ ਹਾਂ ਮੇਰੀਆਂ ਤੇ ਆਪਣੀਆਂ ਮਿਸਟਰ ਵਿਜੇ ਨਾਗਪਾਲ ਦੀਆਂ। ਮੈਂ ਬੈਂਕ ਦੀਆਂ ਡਿਟੇਲ ਦੇ ਚੁੱਕੀ ਹਾਂ। ਮੈਂ ਆਪਣੇ ਔਰ ਉਹਦੇ ਚੈਟਸ ਦੇ ਚੁੱਕੀ ਹਾਂ ਜਿਹੜੀਆਂ ਕਿ 900 ਪੇਜਸ ਦੀਆਂ। ਦੇ ਲੋਕੀ ਮੈਨੂੰ ਪੁੱਛਦੇ ਨੇ, ਕਈ ਚੈਨਲ ਵਾਲੇ ਪੁੱਛਦੇ ਨੇ ਤੁਸੀਂ 900 ਪੇਜ ਦੀਆਂ ਚੈਟਸ ਕਿਉਂ ਸੰਭਾਲ ਕੇ ਰੱਖੀਆਂ? ਉਹ ਚੈਟਸ ਮੇਰੀਆਂ ਇਮੋਸ਼ਨਲ ਬਾਉਂਡਿੰਗ ਸੀਗੀਆਂ। ਉਹ ਚੈਟਸ ਮੇਰੇ ਦਿਲ ਦੇ ਬਹੁਤ ਕਰੀਬ ਸੀਗੀਆਂ ਔਰ ਅੱਜ ਵੀ ਹੈਗੀਆਂ ਨੇ। ਚਾਹੇ ਉਹ ਬੰਦਾ ਮੇਰੇ ਨਾਲ ਧੋਖਾ ਕਰ ਗਿਆ, ਲੇਕਿਨ ਮੈਂ ਉਹਦੇ ਨਾਲ ਦਿਲੋਂ ਪਿਆਰ ਕੀਤਾ ਸੀ ਤੇ ਮੇਰੇ ਲਈ ਜਜ਼ਬਾਤਾਂ ਦੀ ਬਹੁਤ ਜ਼ਿਆਦਾ ਕੀਮਤ ਹੈ। ਮੈਂ ਅੱਜ ਜੋ ਕੁਝ ਵੀ ਕਰ ਰਹੀ ਹਾਂ ਸਿਰਫ ਆਪਣੀ ਸੈਲਫ ਰਿਸਪੈਕਟ, ਆਪਣੀ ਡਿਗਨਿਟੀ ਔਰ ਆਪਣੀ ਜਿਹੜਾ ਮੇਰਾ ਇੱਕ ਹਿਊਮਨ ਰਾਈਟ ਦੇ ਅਕੋਰਡਿੰਗਲੀ ਮੇਰਾ ਰਾਈਟ ਬਣਦਾ ਹੈ। ਮੈਂ ਵੀ ਇੰਡੀਆ ਦੀ ਜੰਮੀ ਪਲੀ ਹੋਈ ਹਾਂ, ਮੈਂ ਵੀ ਇੱਥੋਂ ਦੀ ਨਿਵਾਸੀ ਰਹੀ ਹਾਂ। ਅੱਜ ਮੈਂ ਨਿਵਾਸੀ ਨਹੀਂ ਹਾਂ, ਲੇਕਿਨ ਮੈਂ ਆਪਣਾ ਹੱਕ ਮੰਗ ਰਹੀ ਹਾਂ ਸਰਕਾਰਾਂ ਤੋਂ ਕਿ ਮੈਨੂੰ ਮੇਰਾ ਹੱਕ ਦਿੱਤਾ ਜਾਵੇ, ਮੇਰੇ ਲਈ ਇਨਸਾਫ ਕੀਤਾ ਜਾਵੇ। ਅਸੀਂ ਬਾਹਰੋਂ NRIs ਆਉਂਦੇ ਹਾਂ, ਅਸੀਂ ਇਸ ਕੰਟਰੀ ਨੂੰ ਇਹਨਾਂ ਬਿਜ਼ਨਸ ਦਿੰਦੇ ਹਾਂ, ਅਸੀਂ ਫੋਰਨ ਕਰੰਸੀ ਦਿੰਦੇ ਹਾਂ, ਅਸੀਂ ਇਹਨਾਂ ਨੂੰ ਚਾਂਸਿਸ ਦਿੰਦੇ ਹਾਂ ਕਿ ਹਾਂ ਤੁਸੀਂ ਆਪਣੇ ਰਿਲੇਸ਼ਨਸ਼ਿਪ ਦੂਸਰੇ ਕੰਟਰੀਜ਼ ਦੇ ਨਾਲ ਸਟਰੋਂਗ ਕਰੋ। ਲੇਕਿਨ ਅਗਰ ਸਾਡੇ ਨਾਲ ਇਦਾਂ ਦਾ ਵਿਵਹਾਰ ਹੁੰਦਾ ਹੈ, ਮੇਰੀ ਇਸ ਵੀਡੀਓ ਨੂੰ ਦੇਖ ਕੇ ਕਿੰਨੇ NRIs ਨੇ ਜਿਹੜੇ ਬਾਹਰ ਤੋਂ ਆ ਕੇ ਇੱਥੇ ਕਿਸੇ ਦੇ ਨਾਲ ਆਪਣਾ ਰਿਲੇਸ਼ਨ ਬਣਾ ਕੇ ਉਹਨੂੰ ਇੱਥੋਂ ਲਿਜਾ ਕੇ ਸਿਟੀਜ਼ਨ ਬਣਾ ਕੇ ਆਪਣੀ ਲਾਈਫ ਦੇ ਵਿੱਚ ਐਂਟਰ ਕਰਨ ਦੀ ਹੁਣ ਇਸ ਤੋਂ ਬਾਅਦ ਕੋਸ਼ਿਸ਼ ਕਰਨਗੇ? ਨਹੀਂ ਕਰਨਗੇ, ਕਿਉਂਕਿ ਅਸੀਂ ਲੋਕ ਬਿਲਕੁਲ ਸਿੱਧੇ ਸਾਦੇ ਹੁੰਦੇ ਹਾਂ। ਸਾਡੇ ਵੱਲ ਕੋਈ ਵੀ ਸਾਡੇ 'ਚ ਇਦਾਂ ਦੀ ਚੀਜ਼ ਨਹੀਂ ਹੁੰਦੀ ਕਿ ਅਸੀਂ ਕਿਸੇ ਨੂੰ ਧੋਖਾ ਦਈਏ, ਕਿਸੇ ਨੂੰ ਧੜੀ ਕਰੀਏ। ਮੈਨੂੰ ਸਰਾਭਾ ਨਗਰ ਪੁਲਿਸ ਸਟੇਸ਼ਨ ਵੱਲੋਂ ਇਹ ਕਿਹਾ ਗਿਆ ਕਿ ਮੈਂ ਫਰਾਡ ਹਾਂ। ਮੈਂ ਉਹਨਾਂ ਨੂੰ ਪੁੱਛਦੀ ਹਾਂ ਕੈਮਰੇ ਦੇ ਅੱਗੇ ਕਿ ਤੁਹਾਡੇ ਕੋਲ ਮੇਰੇ ਫਰਾਡ ਦਾ ਹੋਣ ਦਾ ਕੀ ਸਬੂਤ ਹੈ? ਤੁਸੀਂ ਬੈਂਕ ਸਟੇਟਮੈਂਟਸ ਕਿਹਾ ਕਿ ਬੈਂਕ ਸਟੇਟਮੈਂਟਸ ਵੀ ਲਗਾਈਆਂ, ਤੁਸੀਂ ਕੋਈ ਪੈਸਿਆਂ ਦਾ ਵੀ ਤੁਹਾਡਾ ਲੈਣ ਦੇਣ ਹੋਇਆ ਸੀ? ਹਾਂਜੀ, ਉਹਨਾਂ ਨੇ, ਉਸ ਸ਼ਖਸ ਨੇ ਮੇਰੇ ਕੋਲੋਂ ਬਹੁਤ ਵਾਰ, ਇੱਕ ਵਾਰ ਨਹੀਂ ਬਹੁਤ ਵਾਰ ਮੇਰੇ ਕੋਲੋਂ ਪੈਸੇ ਲਿੱਤੇ ਗਏ ਆਪਣੀ ਬੇਟੀ ਦੀ ਫੀਸ ਦੇ ਨਾਮ ਤੇ, ਆਪਣੇ ਫਲੈਟ ਦੀਆਂ ਕਿਸ਼ਤਾਂ ਦੇ ਨਾਮ ਤੇ, ਆਪਣੇ ਜ਼ਰੂਰਤਾਂ ਦੇ ਨਾਮ ਤੇ। ਠੀਕ ਹੈ, ਮੈਂ ਉਹਨਾਂ ਨੂੰ ਆਲਮੋਸਟ 7 ਤੋਲੇ 골ਡ ਦੇ ਨਾਲ ਤਕਰੀਬਨ 26 ਲੱਖ ਰੁਪਇਆ 27 ਲੱਖ ਰੁਪਇਆ ਮੈਂ ਉਹਨਾਂ ਨੂੰ ਦਿੱਤਾ ਹੈ, ਜਿਹਦੀਆਂ ਕਿ ਕੁਝ ਐਂਟਰੀਆਂ ਮੇਰੇ ਬੈਂਕ ਦੀਆਂ ਨੇ ਔਰ ਕੁਝ ਪੈਸਾ ਜਿਹੜਾ ਗਿਆ ਉਹ ਪਾਉਂਡ ਦੀ ਸ਼ੇਪ ਵਿੱਚ ਗਿਆ, ਕਿਉਂਕਿ ਮੈਂ UK ਤੋਂ ਪਾਉਂਡਸ ਲੈ ਕੇ ਆਂਦੀ ਸੀ। ਉਹ ਮੈਂ ਇਸ ਸ਼ਖਸ ਨੂੰ ਦੇ ਦਿੰਦੀ ਸੀ ਕਿਉਂਕਿ ਮੈਂ ਇਹਨੂੰ ਆਪਣਾ ਸਭ ਕੁਝ ਮੰਨਦੀ ਸੀ। ਪ੍ਰੂਫ ਹੈਗਾ ਤੁਹਾਡੇ ਕੋਲ? ਹਾਂਜੀ, ਮੇਰੇ ਕੋਲ ਹੈਗਾ। ਤੇ ਹੁਣ ਜਿਸ ਤਰ੍ਹਾਂ ਤੁਸੀਂ ਇੰਨੀ ਦੇਰ ਰਹੇ ਹੋ ਇਕੱਠੇ, ਤੁਹਾਡਾ ਨਾਲ ਸਰੀਰਕ ਸੰਬੰਧ ਵੀ ਬਣੇ ਹੋਣੇ ਆ, ਤੇ ਹੁਣ ਉਹ ਫਿਰ ਕਿੱਥੇ ਖੜਦੇ ਨੇ? ਉਹ ਤੁਹਾਡੇ ਨਾਲ ਗੱਲ ਨਹੀਂ ਕਰਦੇ ਵੀ ਕਿਉਂ ਇਦਾਂ ਕੀਤਾ? 23 ਜੂਨ ਤੋਂ ਉਸ ਸ਼ਖਸ ਨੇ ਆਪਣਾ ਮੋਬਾਈਲ ਮੇਰੇ ਨੰਬਰ ਨੂੰ ਆਪਣੇ ਮੋਬਾਈਲ ਤੇ ਬਲੌਕ ਕਰ ਦਿੱਤਾ ਔਰ ਮੈਨੂੰ ਬਿਨਾਂ ਦੱਸੇ ਹੋਏ ਸਾਰਾ ਕੁਝ ਹੋਇਆ। ਮੈਨੂੰ ਇਸ ਚੀਜ਼ ਦਾ ਬਿਲਕੁਲ ਵੀ ਨਹੀਂ ਸੀ ਪਤਾ। 24 ਜੂਨ ਨੂੰ ਰਾਤ ਨੂੰ 10 ਵਜੇ ਤੱਕ ਉਹ ਮੇਰੇ ਨਾਲ ਫੋਨ ਤੇ ਗੱਲ ਕਰ ਰਿਹਾ ਸੀ। ਮੇਰੇ ਕੋਲ ਉਹ ਰਿਕਾਰਡਿੰਗਸ ਨੇ ਫੋਨ ਦੀਆਂ ਔਰ ਮੇਰੇ ਕੋਲ ਉਹ ਫੋਨ ਦੇ ਜਿਹੜੇ ਲੌਗਸ ਨੇ ਉਹ ਮੇਰੇ ਕੋਲ ਹਾਲੇ ਤੱਕ ਸਾਂਭੇ ਹੋਏ ਨੇ। ਤੁਹਾਨੂੰ ਪਤਾ ਕਿਵੇਂ ਲੱਗਿਆ ਵੀ ਇਹ ਸ਼ਖਸ ਜਿਹੜਾ ਉਹ ਵਿਆਹਿਆ ਹੋਇਆ ਵੀ ਡਿਵੋਰਸ ਨਹੀਂ ਹੋਇਆ? ਇਸ ਸਾਲ ਅਪ੍ਰੈਲ ਮਹੀਨੇ ਵਿੱਚ ਮੈਨੂੰ ਪਤਾ ਚੱਲਿਆ, ਮਾਰਚ ਅਪ੍ਰੈਲ ਮਹੀਨੇ ਵਿੱਚ, ਕਿ ਇਸ ਬੰਦੇ ਦੀ ਵਾਈਫ ਔਰ ਇਹਦੀ ਬੇਟੀ ਇੱਥੇ ਓਮੈਕਸ ਵਿੱਚ ਰਹਿ ਰਹੀ ਹੈ। ਮੈਨੂੰ ਕਿਸੇ ਨੇ ਦੱਸਿਆ ਤੇ ਮੈਂ ਉਸ ਗੱਲ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ, ਯਕੀਨ ਨਹੀਂ ਕੀਤਾ। ਲੇਕਿਨ ਜਦੋਂ ਮੈਂ ਆਪਣੇ ਅੱਖਾਂ ਨਾਲ ਵੇਖਿਆ
ਇਹਦੀ ਗੱਡੀ ਦੇ ਵਿੱਚ ਵੀ ਮੈਂ ਉਹਨੂੰ ਦੇਖਿਆ, ਇਹਦੀ ਵਾਈਫ ਨੂੰ ਦੇਖਿਆ, ਇਹਦੇ ਬੱਚੇ ਨੂੰ ਦੇਖਿਆ। ਉਸ ਵੇਲੇ ਮੈਨੂੰ ਇਹ ਸਮਝ ਵਿੱਚ ਆਈ ਕਿ ਜੋ ਕੁਝ ਵੀ ਇਹਨੇ ਮੈਨੂੰ ਆਪਣੇ ਡਿਵੋਰਸ ਬਾਰੇ ਦੱਸਿਆ ਸੀ ਉਹ ਬਿਲਕੁਲ ਸਰਾਸਰ ਝੂਠ ਸੀ। ਉਹ ਕਿਸੇ ਵੀ ਹੱਦ ਨਾਲ ਸੱਚ ਨਹੀਂ ਸੀ। ਉਹ ਸਿਰਫ ਮੈਨੂੰ ਬੇਵਕੂਫ ਬਣਾ ਰਿਹਾ ਸੀ। ਤੁਸੀਂ ਕਿਸ ਤਰ੍ਹਾਂ ਦੇਖਿਆ? ਤੁਸੀਂ ਓਮੈਕਸ ਉਹਦਾ ਫਲੈਟਸ 'ਚ ਗਏ ਸੀ ਜਾਂ ਕਿੱਦਾਂ? ਹਾਂਜੀ, ਮੈਂ ਓਮੈਕਸ ਤੋਂ ਵੀ ਪਤਾ ਕੀਤਾ। ਓਮੈਕਸ ਤੋਂ ਮੈਨੂੰ ਗਾਰਡਸ ਨੇ ਦੱਸਿਆ ਕਿ ਹਾਂਜੀ ਉਹ ਮਿਸਟਰ ਵਿਜੇ ਨਾਗਪਾਲ ਰਹਿੰਦੇ ਨੇ ਔਰ ਇਹਨਾਂ ਦੀ ਬਿਲਡਿੰਗ ਦੇ ਟਵਿਨ ਟਾਵਰਸ ਦੇ ਵਿੱਚ ਇਹ ਰਹਿੰਦੇ ਨੇ, 608 ਨੰਬਰ B ਬਲਾਕ, ਠੀਕ ਹੈ, ਉੱਥੇ ਰਹਿੰਦੇ ਨੇ। ਤੇ ਮੈਨੂੰ ਉਸ ਬਲਾਕ ਦੇ ਗਾਰਡ ਨੇ ਦੱਸਿਆ ਕਿ ਹਾਂਜੀ ਇੱਥੇ ਉੱਪਰ ਇਹਨਾਂ ਦੀ ਮੈਡਮ ਨੇ, ਉਹ ਮੈਡਮ ਇੱਥੇ ਇਸ ਮਹੀਨੇ ਦੇ ਵਿੱਚ ਹੀ ਆਪਣੀ ਬੇਟੀ ਨੂੰ ਲੈ ਕੇ ਆਏ। ਇਹਨਾਂ ਦੀ ਬੇਟੀ ਦੀ ਬੱਸ ਆਂਦੀ ਹੈ, ਇਹ ਬੱਚੀ ਜਿਹੜੀ ਹੈ ਸਕੂਲ ਜਾਂਦੀ ਹੈ ਇੱਥੋਂ, ਤੇ ਇਹ ਆਪਣੀ ਬੱਚੀ ਨਾਲ, ਤੇ ਇਹਨਾਂ ਦੀ ਵੱਡੀ ਬੇਟੀ ਵੀ ਆਈ ਹੋਈ ਹੈ ਹੋਸਟਲ ਤੋਂ, ਤੇ ਇਹ ਆਪਣੀ ਵੱਡੀ ਬੇਟੀ ਨਾਲ ਤੇ ਆਪਣੀ ਛੋਟੀ ਬੇਟੀ ਨਾਲ ਤੇ ਆਪਣੀ ਵਾਈਫ ਨਾਲ ਇੱਥੇ ਰਹਿ ਰਹੇ ਨੇ। ਤੇ ਹੁਣ ਪੈਸਿਆਂ ਦੀ ਮੰਗ ਤੁਸੀਂ ਕਰਦੇ ਹੋ ਕਿ ਪੈਸੇ ਵਾਪਸ ਮਿਲਣੇ ਆ, ਹੁਣ ਇਨਸਾਫ ਕਿਹਨੂੰ ਕਹਿੰਦੇ ਹੋ? ਕੀ ਇਨਸਾਫ ਹੋਣਾ ਚਾਹੀਦਾ? ਭਾਜੀ ਦੇਖੋ, ਪੈਸਾ ਜਿਹੜਾ ਹੈਗਾ ਇੰਪੋਰਟੈਂਟ ਹੁੰਦਾ ਲਾਈਫ ਵਿੱਚ, ਲੇਕਿਨ ਮੇਰੇ ਲਈ ਉਸ ਤੋਂ ਜ਼ਿਆਦਾ ਇੰਪੋਰਟੈਂਟ ਹੈ ਮੇਰੀ ਇੱਜ਼ਤ, ਮੇਰੀ ਸੈਲਫ ਰਿਸਪੈਕਟ, ਮੇਰੀ ਡਿਗਨਿਟੀ, ਮੇਰਾ ਪੀਸ ਆਫ ਮਾਈਂਡ। ਮੈਂ ਇੱਕ ਮੈਂਟਲ ਹੈਲਥ ਦੀ ਨਰਸ ਹਾਂ, ਲੇਕਿਨ ਅੱਜ ਮੈਂ ਮੈਂਟਲ ਹੈਲਥ ਦੀਆਂ ਦਵਾਈਆਂ ਦੇ ਉੱਤੇ ਹਾਂ। ਮੈਂ ਸਰਕਾਰਾਂ ਨੂੰ ਪੁੱਛਦੀ ਹਾਂ ਕਿ ਜੇ ਤੁਸੀਂ NRIs ਨੂੰ ਸਿਕਿਉਰਿਟੀ ਜਾਂ ਸੇਫਟੀ ਨਹੀਂ ਦੇ ਸਕਦੇ ਆਪਣੇ ਕੰਟਰੀ 'ਚ, ਤੇ ਉਹਨਾਂ ਨੂੰ ਐਂਟਰੀ ਕਿਉਂ ਦਿੰਦੇ ਹੋ? ਉਹਨਾਂ ਨੂੰ ਇੱਥੇ ਸੱਦਦੇ ਕਿਉਂ ਹੋ? ਉਹਨਾਂ ਨੂੰ ਬੁਲਾਉਂਦੇ ਕਿਉਂ ਹੋ? ਔਰ ਉਹਨਾਂ ਨੂੰ ਇਸ ਤਰੀਕੇ ਨਾਲ ਜ਼ਲੀਲ ਕਿਉਂ ਕਰਦੇ ਹੋ? ਅਗਰ ਤੁਹਾਡੀਆਂ ਸਰਕਾਰਾਂ ਦੇ ਵਿੱਚ ਪੁਲਿਸ ਐਡਮਿਨਿਸਟ੍ਰੇਸ਼ਨ ਦਾ ਇੰਨਾ ਬੁਰਾ ਹਾਲ ਹੈ ਕਿ ਕਮਿਸ਼ਨਰ ਕੋਲ ਜਾ ਕੇ, ਜੁਆਇੰਟ ਕਮਿਸ਼ਨਰ ਕੋਲ ਜਾ ਕੇ, SHO ਕੋਲ ਜਾ ਕੇ, SSP ਨਾਲ ਮਿਲ ਕੇ ਅਗਰ ਕੁਝ ਵੀ ਨਹੀਂ ਹੋ ਰਿਹਾ, ਇੱਕ ਮਹਿਲਾ ਨੂੰ ਸਿਰਫ ਇੰਨਾ ਵੀ ਸੰਤਾਵਨਾ ਨਹੀਂ ਦਿੱਤਾ ਜਾ ਰਿਹਾ ਕਿ ਹਾਂਜੀ ਤੁਸੀਂ ਬੈਠੋ ਤੇ ਤੁਸੀਂ ਸਾਡੇ ਨਾਲ ਗੱਲ ਕਰੋ, ਉਹਨੂੰ ਇਸ ਤਰੀਕੇ ਨਾਲ ਇਗਨੋਰ ਕੀਤਾ ਜਾ ਰਿਹਾ ਜਿੱਦਾਂ ਪਤਾ ਨਹੀਂ ਉਸ ਔਰਤ ਨੇ ਕੀ ਕ੍ਰਾਈਮ ਕਰ ਦਿੱਤਾ ਹੈ। ਕਿ ਤੁਹਾਡੇ ਕੰਟਰੀ ਵਿੱਚ ਔਰਤਾਂ ਦੀ ਇਹ ਸੇਫਟੀ ਹੈ? ਮੈਨੂੰ ਕੋਈ ਸਰਪ੍ਰਾਈਜ਼ ਨਹੀਂ ਹੈ ਕਿ ਜੋ ਮੈਂ UK ਵਿੱਚ ਬੈਠ ਕੇ ਮਹਿਲਾ ਦੀ ਹਾਲਤਾਂ ਬਾਰੇ ਇੱਥੇ ਨਿਊਜ਼ ਸੁਣਦੀ ਸੀ ਉੱਥੇ ਬੈਠ ਕੇ TV ਦੇ ਉੱਤੇ, ਮੈਨੂੰ ਅੱਜ ਕੋਈ ਸਰਪ੍ਰਾਈਜ਼ ਨਹੀਂ ਹੈ ਕਿ ਉਹ ਕਿੱਥੋਂ ਹੱਦ ਤੱਕ ਔਰਤਾਂ ਗਈਆਂ ਹੋਣਗੀਆਂ ਜਾਂ ਉਹਨਾਂ ਦੀ ਕੀ ਹਾਲਤ ਹੋਈ ਹੋਏਗੀ। ਅੱਜ ਮੈਂ ਆਪਣੇ ਉੱਤੇ ਬੀਤੀ ਹੋਈ ਨੂੰ ਦੇਖ ਕੇ ਸਮਝ ਸਕਦੀ ਹਾਂ ਕਿ ਇੰਡੀਆ ਵਿੱਚ ਔਰਤਾਂ ਦੀ ਕੀ ਸਿਚੁਏਸ਼ਨ ਹੈ। ਤਾਂ ਮੈਮ ਹੁਣ ਮੰਗ ਕੀ ਹੈ? ਕਿਸ ਤਰ੍ਹਾਂ ਇਨਸਾਫ ਚਾਹੀਦਾ? ਤੇ ਜੇ ਨਾ ਮਿਲਿਆ ਹੁਣ ਕਿੱਥੇ ਤੱਕ ਜਾਓਗੇ? ਕਿਉਂਕਿ ਤੁਹਾਡੀ ਅੱਖਾਂ ਦੇ ਹੰਝੂ ਵੀ ਬਹੁਤ ਨੇ ਤੇ ਸਫ਼ਰ ਵੀ ਬਹੁਤ ਕੀਤਾ ਤੁਸੀਂ। ਦੇਖੋ ਜੀ, ਇੱਦਾਂ ਹੈ, ਹੁਣ ਤਾਂ ਮੈਂ ਜੰਗ ਛੇੜ ਦਿੱਤੀ ਹੈ। ਮੈਂ ਇਸ ਜੰਗ ਵਾਸਤੇ ਮੈਨੂੰ ਕੁਝ ਵੀ ਕਰਨਾ ਪਏ, ਮੈਨੂੰ ਪ੍ਰਾਈਮ ਮਿਨਿਸਟਰ ਤੱਕ ਜਾਣਾ ਪਏ, ਮੈਨੂੰ CMO ਤੱਕ ਜਾਣਾ ਪਏ, ਮੈਨੂੰ ਧਰਨੇ ਤੇ ਬਹਿਣਾ ਪਏ, ਮੈਨੂੰ ਅਨਸ਼ਨ ਕਰਨਾ ਪਏ, ਮੈਨੂੰ ਮਰਨਾ ਪਏ, ਮੈਂ SHO ਥਾਣਾ ਸਰਾਭਾ ਨਗਰ ਨੂੰ ਅੱਜ ਕਹਿ ਰਹੀ ਹਾਂ ਕਿ ਅਗਰ ਮੇਰੇ ਮਾਮਲੇ ਦੇ ਉੱਤੇ ਸੁਣਵਾਈ ਨਹੀਂ ਕੀਤੀ ਗਈ, ਮੈਂ ਆਪਣੇ ਉੱਤੇ ਮਿੱਟੀ ਦਾ ਤੇਲ ਪਾ ਕੇ ਉਹਦੇ ਥਾਣੇ ਦੇ ਅੱਗੇ ਆਪਣੇ ਆਪ ਨੂੰ ਅੱਗ ਲਾ ਲਵਾਂਗੀ, ਮੈਂ ਆਪਣੇ ਆਪ ਨੂੰ ਖਤਮ ਕਰ ਦੇਵਾਂਗੀ, ਕਿਉਂਕਿ ਮੈਨੂੰ ਇਨਸਾਫ ਚਾਹੀਦਾ। ਔਰ ਜੋ ਕੁਝ ਵੀ ਹੋ ਰਿਹਾ ਹੈ ਇਹ ਸਿਰਫ SHO ਦੀ ਵਜ੍ਹਾ ਨਾਲ ਹੋ ਰਿਹਾ ਹੈ। SHO ਇਹਦਾ ਜ਼ਿੰਮੇਦਾਰ ਹੈ। ਤਾਂ ਇਹ ਉਹ ਮਹਿਲਾ ਨੇ ਜਿਹੜੇ ਬਾਹਰੋਂ ਆਏ ਨੇ UK 'ਚ 27 ਸਾਲ ਇੱਥੇ ਆ ਕੇ ਬਹੁਤ ਵੱਡੀ ਧੋਖਾਧੜੀ ਦਾ ਸ਼ਿਕਾਰ ਹੋਏ, ਪਰ ਸੁਣਵਾਈ ਇਹਨਾਂ ਦੀ ਇਸ ਟਾਈਮ ਕਿਤੇ ਹੋ ਨਹੀਂ ਰਹੀ। ਤਾਂ ਵਧੇਰੇ ਅਪਡੇਟਸ ਸਾਨੂੰ ਜਰੂਰ। ਕੈਮਰਾਮੈਨ ਸੰਦੀਪ ਸਿੰਘ ਨਾਲ ਸਰਮਜੀਤ ਸਿੰਘ ਪੱਲਾ, ਸਪੋਕਸਮੈਨ, ਲੁਧਿਆਣਾ।